ਹੈਲੋ ਐਂਡ ਵੈਲਕਮ ਟੂ ਟਿਪ ਟੌਪ ਐਮੀਗ੍ਰੇਸ਼ਨ। ਅੱਜ ਦੀ ਵੀਡੀਓ ਬਹੁਤ ਹੀ ਇੰਟਰਸਟਿੰਗ ਹੈ ਬਿਕੋਜ਼ ਆਹ ਵੀਡੀਓ ਆਪਾਂ ਬਣਾ ਰਹੇ ਹਾਂ ਔਨ ਕਲਾਇੰਟ ਰਿਕੁਐਸਟ। ਮਿਸ ਸਿਮਰਜੀਤ ਕੌਰ ਸਾਡੇ ਆਫਿਸ ਆਏ ਸੀ, ਇਹਨਾਂ ਨੇ ਆਪਣਾ ਫਾਰਮ ਸਾਨੂੰ ਚੈੱਕ ਕਰਵਾਇਆ। ਆਪਾਂ ਉਹਨਾਂ ਨੂੰ ਫਾਰਮ 'ਚ ਗਲਤੀਆਂ ਜਿਹੜੀਆਂ ਸੀ ਕਨਵੇ ਕੀਤੀਆਂ, ਪਲੱਸ ਐਪਲੀਕੇਸ਼ਨ ਉਹਨਾਂ ਦੀ ਚੈੱਕ ਕੀਤੀ, ਕਿਹੜੇ ਡਾਕੂਮੈਂਟਸ ਉਹਨਾਂ ਨੇ ਸਬਮਿਟ ਕੀਤੇ ਸੀ। ਸੋ ਜਦੋਂ ਉਹਨਾਂ ਨੂੰ ਆਪਣੀਆਂ ਮਿਸਟੇਕਸ ਪਤਾ ਲੱਗੀਆਂ ਫਾਰਮ 'ਚ, ਰਾਈਟ, ਜਿਹੜੇ ਉਹਨਾਂ ਦੇ ਏਜੰਟ ਨੇ ਕੀਤੀਆਂ ਸੀ, ਸੋ ਸ਼ੀ ਵਾਜ਼ ਰੀਅਲੀ ਸ਼ੌਕਡ। ਸੋ no doubt ਉਹਨਾਂ ਦਾ ਵੀਜ਼ਾ ਰਿਫਿਊਜ਼ ਹੋਣਾ ਹੀ ਸੀ। So she asked us specially to make a video and convey all of these mistakes, right, to our subscriber in our YouTube channel, to all the viewers, ਕਿਉਂਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਆ ਮਿਸਟੇਕਸ ਕਰਕੇ ਤੁਹਾਡਾ ਵੀਜ਼ਾ ਇਨ ਫਿਊਚਰ ਰਿਫਿਊਜ਼ ਹੋ ਸਕਦਾ। ਐਂਡ ਬਾਈ ਚਾਂਸ ਜੇ ਤੁਹਾਡਾ ਆਲਰੇਡੀ ਵੀਜ਼ਾ ਰਿਫਿਊਜ਼ ਹੋਇਆ, ਤੁਸੀਂ ਆਪ ਅਸੈਸ ਤਾਂ ਕਰ ਪਾਓਗੇ ਕਿ ਦਿਸ ਮਿਸਟੇਕ existed in my application. Okay, so ਸੌਰੀ ਥੋੜਾ ਜਿਹਾ ਲੰਬਾ ਹੋ ਰਿਹਾ, ਰਾਈਟ, ਐਕਸਪਲੇਨ ਕੁਛ ਜ਼ਿਆਦਾ ਕਰ ਰਹੇ ਹਾਂ ਆਪਾਂ, ਬਟ ਇਟਸ ਰੀਅਲੀ ਨੈਸੈਸਰੀ, ਰਾਈਟ। ਸੋ ਆ ਵੀਡੀਓ ਵੀ ਕੁਛ ਲੰਬੀ ਹੋਣੀ ਹੈ, ਬਟ ਦ ਪੁਆਇੰਟਸ ਦੈਟ ਆਮ ਗੋਇੰਗ ਟੂ ਕਨਵੇ ਇਨ ਦਿਸ ਵੀਡੀਓ ਆਰ ਰੀਅਲੀ ਗੋਇੰਗ ਟੂ ਹੈਲਪ ਯੂ, ਬਹੁਤ ਹੀ ਹੈਲਪਫੁਲ ਹੋਣੇ ਆ। ਓਕੇ, ਮਿਸਟੇਕਸ ਬਹੁਤ ਹੀ ਮਾਈਨਰਸ ਵੀ ਆ ਐਂਡ ਮੇਜਰ ਮਿਸਟੇਕਸ ਵੀ ਆ। ਜੇ ਇੱਕ ਵੀ ਮਿਸਟੇਕ ਤੁਹਾਡੇ ਫਾਰਮ 'ਚੋਂ ਪ੍ਰੈਜ਼ੈਂਟ ਹੋਊਗੀ, ਇਨ ਫਿਊਚਰ ਤੁਹਾਡਾ ਵੀਜ਼ਾ ਰਿਫਿਊਜ਼ ਹੋ ਸਕਦਾ। ਐਂਡ ਜੇ ਪਹਿਲਾਂ ਸੀ ਮੇਬੀ ਇਸ ਕਰਕੇ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ ਹੋਵੇ, ਰਾਈਟ। ਸੋ ਸਭ ਤੋਂ ਪਹਿਲਾਂ ਮਿਸਟੇਕ, ਕੰਟੈਕਟ ਲੈਂਗੁਏਜ, ਹਿੰਦੀ ਪੰਜਾਬੀ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਹ ਕਨਵੇ ਕਰਨਾ ਚਾਹੁੰਦਾ, ਮਿਸ ਸਿਮਰਜੀਤ ਕੌਰ ਹੋਟਲ ਬੁਕਿੰਗ 'ਤੇ ਜਾ ਰਹੇ ਸੀ, ਇਹਨਾਂ ਦਾ ਕੋਈ ਸਪੋਂਸਰ ਨਹੀਂ ਸੀ, ਇਕੱਲੇ ਟਰੈਵਲ ਕਰ ਰਹੇ ਸੀ, ਐਂਡ ਸ਼ੀ ਇਜ਼ ਅ ਮਾਸਟਰ ਡਿਗਰੀ ਹੋਲਡਰ। ਸੋ ਆਈ ਡੋਂਟ ਨੋ ਵਾਈ ਇੰਗਲਿਸ਼ ਕਿਉਂ ਨਹੀਂ ਇੱਥੇ ਇਨਪੁਟ ਕੀਤੀ ਇਹਨਾਂ ਦੇ ਏਜੰਟ ਨੇ। ਓਕੇ, ਦੈਟਸ ਦਾ ਮਿਸਟੇਕ ਨੰਬਰ 1। ਇਕੱਲਾ ਬੰਦਾ ਬਿਨਾ ਇੰਗਲਿਸ਼, ਰਾਈਟ, ਹੈਵਿੰਗ ਨੌਲੇਜ ਆਫ ਇੰਗਲਿਸ਼ ਲੈਂਗੁਏਜ ਕਿੱਦਾਂ ਟਰੈਵਲ ਕਰੂਗਾ। ਰਹਿਣ ਸਹਿਣ ਐਮੀਗ੍ਰੇਸ਼ਨ ਉੱਥੇ ਹੋਣੀ ਆ, ਮੇਬੀ ਦ ਬਾਰਡਰ ਆਫਿਸਰ ਕੁਛ ਪੁੱਛ ਲਵੇ। ਓਕੇ, ਹੋਟਲ ਜਾਣਾ ਵਾ, ਘੁੰਮਣਾ ਫਿਰਨਾ, ਹਾਊ ਸ਼ੀ ਵਿਲ ਬੀ ਏਬਲ ਟੂ ਮੈਨੇਜ। ਓਕੇ, ਸੋ ਵੀਜ਼ਾ ਆਫਿਸਰ ਦੇ ਮਾਈਂਡ 'ਚ ਆ ਪੁਆਇੰਟ ਉੱਠ ਸਕਦਾ ਵਾ। ਸੈਕੰਡ ਮਿਸਟੇਕ, ਪਰਸਨਲ ਇਨਫੋਰਮੇਸ਼ਨ 'ਤੇ ਏਜੰਟ ਨੇ ਆਪਣੀ ਈਮੇਲ ਦਿੱਤੀ ਆ, ਰਾਈਟ। ਸੋ ਇੱਥੇ ਤਾਂ ਵੀਜ਼ਾ ਆਫਿਸਰ ਪਰਸਨਲ ਡੀਟੇਲਸ ਮੰਗ ਰਿਹਾ ਵਾ। ਸੋ ਜੇ ਏਜੰਟ ਆਪਣੀ ਇੱਥੇ ਈਮੇਲ ਦੇ ਰਿਹਾ ਵਾ, ਸੋ ਆ ਤਾਂ ਵੀਜ਼ਾ ਆਫਿਸਰ ਨੂੰ ਪਤਾ ਹੀ ਹੈ ਕਿ ਪਰਸਨਲ ਕਲਾਇੰਟ ਦੇ ਡੀਟੇਲਸ ਨਹੀਂ ਆ। ਐਂਡ ਲਾਸਟ 'ਤੇ ਜਦੋਂ ਆਪਾਂ ਫਾਰਮ ਸਬਮਿਟ ਕਰਦੇ ਹਾਂ, ਰਾਈਟ, ਫਿਨਿਸ਼ ਕਰਦੇ ਹਾਂ, ਲਾਸਟ 'ਤੇ ਕੁਐਸਚਨ ਹੁੰਦਾ ਕਿ ਤੁਸੀਂ ਆਪ ਆਪਣਾ ਫਾਰਮ ਭਰ ਰਹੇ ਆ ਜਾਂ ਕਿਸੇ ਦੇ ਬਿਹਾਫ 'ਤੇ ਤੁਸੀਂ ਫਿਲ ਕਰ ਰਹੇ ਆ। ਉੱਥੇ ਤਾਂ ਏਜੰਟ ਨੇ ਆਹੀ ਆਪਸ਼ਨ ਸਿਲੈਕਟ ਕੀਤਾ ਕਿ ਐਪਲੀਕੈਂਟ ਖੁਦ ਆਪਣਾ ਐਪਲੀਕੇਸ਼ਨ ਫਾਰਮ ਭਰ ਰਿਹਾ ਵਾ, ਕਿ ਏਜੰਟ ਖੁਦ ਨਹੀਂ ਕਿਸੇ ਦਾ ਫਾਰਮ ਭਰ ਰਿਹਾ, ਐਪਲੀਕੈਂਟ ਹੀ ਫਾਰਮ ਸਬਮਿਟ ਕਰ ਰਿਹਾ ਵਾ। ਸੋ ਆਹ ਬਹੁਤ ਵੱਡਾ ਝੂਠ ਹੋ ਗਿਆ। ਸੋ ਵੀਜ਼ਾ ਤਾਂ ਰਿਫਿਊਜ਼ ਹੋਣਾ ਹੀ ਆ, ਕ੍ਰੈਡੀਬਿਲਿਟੀ ਤੁਹਾਡੀ ਵੀਜ਼ਾ ਆਫਿਸ ਦੇ ਸਾਹਮਣੇ ਜ਼ੀਰੋ ਹੋ ਗਈ ਕਿ ਤੁਸੀਂ ਝੂਠ ਬੋਲ ਰਹੇ ਆ। ਓਕੇ, ਸੋ ਦਿਸ ਇਜ਼ ਅ ਮੇਜਰ ਮਿਸਟੇਕ। ਭਾਵੇਂ ਛੋਟੀ ਜੀ ਗੱਲ ਆ, ਬਟ ਦਿਸ ਇਜ਼ ਅ ਮੇਜਰ ਮਿਸਟੇਕ। ਨੈਕਸਟ, ਧਿਆਨ ਨਾਲ ਸੁਣਿਓ, ਗਿਵ ਡੀਟੇਲਸ ਆਫ the main purpose of your visit and anything else you plan to do on your trip. Okay, ਉੱਥੇ ਜਾ ਕੇ ਕੀ ਕਰਨਾ, ਰਾਈਟ, ਤੁਹਾਡਾ ਪਰਪਸ ਕੀ ਆ, ਕੁਛ ਇਹਦੋਂ ਇਲਾਵਾ ਵੀ ਤੁਸੀਂ ਕਰਨਾ, ਪਲੀਜ਼ ਉਹਦੇ ਡੀਟੇਲਸ ਦਿਓ। ਇੱਥੇ ਕੀ ਲਿਖਿਆ ਏਜੰਟ ਨੇ, ਆਈ ਪ੍ਰੋਮਿਸ ਟੂ ਰਿਟਰਨ ਬੈਕ। ਕਾਫੀ ਐਪਲੀਕੇਸ਼ਨ ਫਾਰਮਸ ਸਾਨੂੰ ਰੀਡ ਕਰਨ ਨੂੰ ਮਿਲਦੇ ਆ, ਇੱਥੇ ਬਹੁਤ ਗਲਤ ਗੱਲਾਂ ਲਿਖੀਆਂ ਹੁੰਦੀਆਂ। ਫੋਰ ਐਗਜ਼ਾਮਪਲ, ਮੈਂ ਗਰੰਟੀ ਦਿੰਦਾ ਮੈਂ ਵਾਪਸ ਆਊਂਗਾ, ਮੈਂ ਬੌਂਡ ਭਰ ਸਕਦਾ ਵਾਂ, ਰਾਈਟ, ਮੈਂ ਜਾਂ ਫਿਰ ਕਹਿ ਲਓ ਕਿ ਕੁਛ 2-3 ਜਗ੍ਹਾ ਦਾ ਨਾਮ ਲਿਖਿਆ ਹੁੰਦਾ। ਫੋਰ ਐਗਜ਼ਾਮਪਲ ਲੰਡਨ ਆਈ, ਬਕਿੰਗਹਮ ਪੈਲੇਸ, ਰਾਈਟ, ਬਕਿੰਗਹਮ ਪੈਲੇਸ। ਸੋ ਉਹ ਗਲਤ ਆ। ਇੱਥੇ ਵੀਜ਼ਾ ਆਫਿਸਰ ਨੂੰ ਤੁਸੀਂ ਬਰੀਫਲੀ ਦੱਸਣਾ ਹੁੰਦਾ। ਫੋਰ ਐਗਜ਼ਾਮਪਲ, ਆਈ ਲਾਈਕ ਮਿਊਜ਼ੀਅਮਸ, so I have selected couple of museum, right, and along the way I'll be paying a visit to my close friend and please see travel plan enclosed, right। so ਇੱਥੇ ਤੁਸੀਂ briefly ਦੱਸਣਾ ਹੁੰਦਾ ਵਾ। so ਵੈਸੇ ਤੁਹਾਨੂੰ ਮੈਂ ਕੁਛ ਹੁਣ verbally ਦੱਸਤਾ, right, ਕਿ what you can input here, but ਇੱਥੇ ਬਹੁਤ ਸੋਚ ਸਮਝ ਕੇ ਇਨਪੁਟ ਕਰਨਾ ਪੈਂਦਾ, ਕਿਉਂ ਹਰ ਇੱਕ ਚੀਜ਼ ਫਾਰਮ 'ਚ ਬਹੁਤ ਜ਼ਰੂਰੀ ਹੁੰਦੀ ਆ, ਹਰ ਇੱਕ ਕੁਐਸਚਨ ਬਹੁਤ ਜ਼ਰੂਰੀ ਆ। And if you say things like I promise to return back, this is rubbish. Okay, let's move to the next mistake on the next page. So if you कोई mistake नहीं, now ਇੱਥੇ mistakes ਹੈਗੀ ਆ, right। so dependent details here, agent ਨੇ ਦੋਨੇ ਬੱਚੇ, right,
दिस लेडी हैव 2 ਸਨਸ, ਦੋਨੇ ਬੱਚੇ ਇਹਨਾਂ ਦੇ ਡਿਪੈਂਡੈਂਟ ਕਰਤੇ, ਬਟ ਇਹਨਾਂ ਦੀ ਇਨਕਮ ਬਹੁਤ ਘੱਟ ਆ ਕੰਪੇਅਰ ਟੂ ਹਰ ਹਸਬੈਂਡਸ ਇਨਕਮ। ਓਕੇ, ਇਹਨਾਂ ਦੇ ਹਸਬੈਂਡ ਮੈਜੋਰਿਟੀ ਅਰਨਿੰਗ ਆ, ਰਾਈਟ, ਉਹ ਸਭ ਤੋਂ ਜ਼ਿਆਦਾ ਕਮਾਉਂਦੇ ਘਰ ਵਿੱਚ, ਬਟ ਬੱਚੇ ਇਹਨਾਂ ਦੇ ਡਿਪੈਂਡੈਂਟ ਆ। ਸੋ ਬਹੁਤ ਹੀ ਨੈਗੇਟਿਵ ਲੱਗਦਾ। ਵੀਜ਼ਾ ਆਫਿਸਰ ਡਾਊਟ ਕਰ ਸਕਦਾ ਕਿ ਇਹਨਾਂ ਦੀ ਰਿਲੇਸ਼ਨ ਵਿੱਚ ਕੋਈ ਪ੍ਰੋਬਲਮ ਆ। ਸੋ ਜਿੰਨਾ ਵੀ ਅਰਨ ਕਰਦੇ ਸਾਰਾ ਬੱਚਿਆਂ 'ਤੇ ਖਰਚ ਹੋ ਰਿਹਾ ਵਾ, ਰਾਈਟ। ਸੋ ਖੁਦ ਕੋਈ ਸੇਵਿੰਗਸ ਨਹੀਂ ਕਰ ਪਾ ਰਹੇ, ਖੁਦ ਸਪੈਂਡ ਨਹੀਂ ਕੁਛ ਕਰ ਪਾਓਗੇ ਆਪਣੇ ਆਪ 'ਤੇ, ਰਾਈਟ, ਕਿਉਂਕਿ ਦੋਨੇ ਬੱਚੇ ਇਹਨਾਂ 'ਤੇ ਡਿਪੈਂਡ ਕਰਤੇ ਆ। ਓਕੇ, ਸੋ ਆਈ ਡੋਂਟ ਨੋ ਵਾਈ her agent did this, but this is totally wrong. Okay, बहुत गलत आई है आ चीज। Okay, next point. Okay, what is your employment status? Self employed ਆ, ਕੰਮ ਕੀ ਕਰਦੇ, ਡੈਰੀ ਫਾਰਮਿੰਗ, ਸਾਲ ਦਾ ਕਿੰਨਾ ਕਮਾਉਂਦੇ ਆ, 1,25,000, ਰਾਈਟ। ਕੋਈ ਐਡੀਸ਼ਨਲ ਇਨਕਮ ਹੈਗੀ ਆ, ਇੱਥੇ ਡਿਕਲੇਅਰ ਕੀਤਾ ਇਨਵੈਸਟਮੈਂਟ ਤੋਂ ਇਨਕਮ ਆਉਂਦੀ ਆ, ਐਂਡ ਸੇਵਿੰਗਸ ਕਿੰਨੀ ਆ, 7 ਲੱਖ। ਸੋ ਇੱਥੇ ਇੱਕ ਮਿਸਟੇਕ ਹੋਈ ਏਜੰਟ ਤੋਂ ਕਿ ਉਹਨੇ ਆਹੀ ਇਨਕਮ ਇੱਥੇ ਡਿਕਲੇਅਰ ਕਰਤੀ, ਰਾਈਟ, 1,25,000। ਇਨਵੈਸਟਮੈਂਟ ਐਂਡ ਤੁਹਾਡੀ ਇਨਕਮ ਵਿੱਚ ਬਹੁਤ ਫਰਕ ਹੁੰਦਾ ਵਾ, ਰਾਈਟ। ਇੱਥੇ ਵੀਜ਼ਾ ਆਫਿਸਰ ਪੁੱਛ ਰਿਹਾ ਵਾ ਤੁਹਾਡੀ ਈਅਰਲੀ ਇਨਕਮ ਤੁਹਾਡੇ ਬਿਜ਼ਨਸ ਤੋਂ, ਤੁਹਾਡੀ ਇੰਪਲੋਇਮੈਂਟ ਤੋਂ ਜਿਹੜੀ ਆਉਂਦੀ ਆ। ਇੱਥੇ ਅਦਰ ਰੈਗੂਲਰ ਇਨਕਮ ਉਹ ਪੁੱਛ ਰਿਹਾ, ਰਾਈਟ। ਸੋ ਇੱਥੇ ਏਜੰਟ ਨੇ ਸਿਲੈਕਟ ਕੀਤਾ ਇਨਵੈਸਟਮੈਂਟ। ਇਨਵੈਸਟਮੈਂਟ ਦਾ ਮਤਲਬ ਹੁੰਦਾ ਤੁਹਾਨੂੰ ਕਿਤੋਂ ਵਿਆਜ ਆ ਰਿਹਾ, ਫੋਰ ਐਗਜ਼ਾਮਪਲ FD ਦਾ ਜਾਂ ਕੋਈ ਹੋਰ ਕੋਈ ਇਨਵੈਸਟਮੈਂਟ ਤੁਸੀਂ ਕੀਤੀ, ਉੱਥੇ ਤੁਹਾਨੂੰ ਇੰਟਰਸਟ ਮਿਲ ਰਿਹਾ, ਰਾਈਟ। ਸੋ ਇਹਨਾਂ ਦੀ ਕੋਈ FD ਨਹੀਂ ਸੀ। ਫੋਰ ਐਗਜ਼ਾਮਪਲ ਜੇ ਇਹਨਾਂ ਤੋਂ 10 ਲੱਖ ਦੀ FD ਹੁੰਦੀ, 6% ਦੇ ਅਕੋਰਡਿੰਗ ਇਹਨਾਂ ਨੂੰ 60,000 ਵਿਆਜ ਹੋਣਾ ਸੀ ਸਾਲ ਦਾ। ਸੋ ਉਹ ਇੱਥੇ ਇਨਪੁਟ ਹੋਣਾ ਚਾਹੀਦਾ ਸੀ, ਰਾਈਟ। ਸੋ ਆ ਬਹੁਤ ਵੱਡੀ ਗਲਤੀ ਹੋਈ ਆ, ਕਿਉਂਕਿ ਏਜੰਟ ਨੇ ਇੱਥੇ ਉਹੀ ਇਨਕਮ ਰਿਪੀਟ ਕਰਤੀ। ਸੋ ਇਹਦੇ ਅਕੋਰਡਿੰਗ ਤਾਂ ਇਹਨਾਂ ਦਾ ITR 2.5 ਲੱਖ ਦਾ ਬਣਨਾ ਚਾਹੀਦਾ ਸੀ, ਬਟ ITR ਸਿਰਫ 1,25,000 ਦਾ ਵਾ। ਸੋ ਆਹ ਪੁਆਇੰਟ ਵੀਜ਼ਾ ਆਫਿਸਰ ਨੂੰ ਕਨਫਿਊਜ਼ ਕਰ ਰਿਹਾ। ਸੋ ਹੋਪ ਆਹ ਪੁਆਇੰਟ ਤਾਂ ਤੁਹਾਡੇ ਵਾਸਤੇ ਕਲੀਅਰ ਹੋਵੇ। ਇਨਵੈਸਟਮੈਂਟ ਦਾ ਮਤਲਬ ਤੁਹਾਨੂੰ ਕਿਤੋਂ ਇੰਟਰਸਟ ਆ ਰਹੀ ਆ, ਰਾਈਟ ਜੀ, ਜਾਂ ਫਿਰ ਇੱਥੇ ਅਦਰ ਇਨਕਮ ਵੀ ਸਿਲੈਕਟ ਹੋ ਸਕਦੀ ਸੀ। ਫੋਰ ਐਗਜ਼ਾਮਪਲ ਤੁਹਾਨੂੰ ਕੋਈ ਰੈਂਟਲ ਪ੍ਰੋਪਰਟੀ ਦੀ ਰੈਂਟ ਆ ਰਿਹਾ ਵਾ, ਤੁਹਾਡੀ ਕੋਈ ਪ੍ਰੋਪਰਟੀ ਰੈਂਟ 'ਤੇ ਦਿੱਤੀ, ਉਹ ਇੱਥੇ ਇਨਪੁਟ ਹੋ ਸਕਦੀ ਸੀ, ਰਾਈਟ। ਕਿਉਂਕਿ ਜਦੋਂ ਫਾਰਮ ਆਪਾਂ ਫਿਲ ਕਰਦੇ ਹਾਂ ਕਾਫੀ ਆਪਸ਼ਨਸ ਆਉਂਦੇ ਆ, ਵਨ ਆਫ ਦੈਮ ਆਪਾਂ ਨੂੰ ਸਿਲੈਕਟ ਕਰਨਾ ਪੈਂਦਾ, ਜਾਂ ਅਦਰ ਵੀ ਆਪਾਂ ਸਿਲੈਕਟ ਕਰ ਸਕਦੇ ਹਾਂ। ਓਕੇ, ਹੋਪ ਮੈਂ ਤੁਹਾਨੂੰ ਕਨਫਿਊਜ਼ ਨਹੀਂ ਕੀਤਾ ਇਸ ਪਾਰਟ ਵਿੱਚ। ਨੈਕਸਟ ਧਿਆਨ ਨਾਲ ਸੁਣਿਓ। ਹਾਊ ਮਚ ਮਨੀ ਆਰ ਯੂ ਪਲੈਨਿੰਗ ਟੂ ਸਪੈਂਡ ਔਨ ਯੋਰ ਵਿਜ਼ਿਟ ਟੂ UK? 2 ਲੱਖ, ਸਾਲ ਦਾ 1,25,000 ਕਮਾ ਰਹੇ ਆ, 2 ਲੱਖ ਇਹਨਾਂ ਨੇ UK ਵਿੱਚ ਘੁੰਮਣ ਫਿਰਨ 'ਤੇ ਖਰਚਣਾ। ਆ ਬਹੁਤ ਹੀ ਜ਼ਿਆਦਾ ਅਮਾਊਂਟ ਆ ਕੰਪੇਅਰ ਟੂ ਦ ਅਰਨਿੰਗਸ, ਰਾਈਟ, ਹਰ ਇਨਕਮ। ਸੋ ਬਹੁਤ ਗਲਤ ਫੀਲ ਕੀਤਾ ਹੋਇਆ। ਸੋ ਵਨ ਪੁਆਇੰਟ ਆਈ ਵਾਂਟ ਟੂ ਕਨਵੇ ਹੇਅਰ ਕਿ ਕਾਫੀ ਏਜੰਟ ਸਹੀ ਵੀ ਫੀਲ ਕਰਦੇ ਆ, ਰਾਈਟ। ਜਿੱਦਾਂ ਹੱਥ ਦੀਆਂ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਕੋਈ ਬੰਦੇ ਬਹੁਤ ਹੀ ਸਹੀ ਕੰਮ ਕਰਦੇ ਆ, ਕੋਈ ਬੰਦੇ ਗਲਤ, ਰਾਈਟ। ਇੱਕ ਐਪਲੀਕੈਂਟ, ਇੱਕ ਕਲਾਇੰਟ ਦੀ ਜ਼ਿੰਮੇਵਾਰੀ ਹੁੰਦੀ ਕਿ ਉਹ ਪ੍ਰੋਪਰਲੀ ਸਾਰਾ ਕੁਝ ਚੈੱਕ ਕਰੇ। ਹੁਣ ਜਦੋਂ ਅਸੀਂ ਫਾਰਮ ਫਿਲ ਕਰਦੇ ਹਾਂ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਐਪਲੀਕੈਂਟ ਪ੍ਰੋਪਰਲੀ ਸਾਰਾ ਕੁਝ ਕ੍ਰੋਸ ਚੈੱਕ ਕਰੇ, ਕਿਉਂਕਿ ਇਨਸਾਨ ਆ, ਗਲਤੀ ਹਰ ਕਿਸੇ ਤੋਂ ਹੋ ਸਕਦੀ ਹੈ, ਰਾਈਟ ਜੀ। ਬਟ ਏਜੰਟ ਦਾ ਫਰਜ਼ ਆ ਸਾਰਾ ਕੁਝ ਐਕਸਪਲੇਨ ਕਰਨ ਦਾ ਐਂਡ ਕ੍ਰੋਸ ਚੈੱਕ ਕਰਵਾਉਣ ਦਾ, ਰਾਈਟ। ਐਂਡ ਐਪਲੀਕੈਂਟ ਦਾ ਵੀ ਫਰਜ਼ ਆ ਕਿ ਉਹ ਬਲਾਈਂਡ ਟਰਸਟ ਨਾ ਕਰੇ। ਹੀ ਸ਼ੁੱਡ ਚੈੱਕ ਹਿਸ application form thoroughly. Okay, next point on here, ਇਹਨਾਂ ਦਾ ਵੀਜ਼ਾ ਰਿਫਿਊਜ਼ ਸੀ, ਫਰਾਂਸ ਦਾ ਐਂਡ UK ਦਾ। ਆ ਸੈਕੰਡ ਟਾਈਮ ਅਪਲਾਈ ਕਰ ਰਿਹਾ ਸੀ। ਇੱਥੇ ਐਕਸਪਲੇਨ ਕਰਨਾ ਹੁੰਦਾ ਕਿ ਕਿਉਂ ਤੁਹਾਡਾ ਵੀਜ਼ਾ ਰਿਫਿਊਜ਼ ਹੋਇਆ। ਇਹਨਾਂ ਨੇ ਸਿੰਪਲੀ ਰਿਫਿਊਜ਼ ਇਨਪੁਟ ਕਰਤਾ। ਸੋ ਵਟ ਐਵਰ her agent was thinking, it was totally wrong, because this is not a joke. ਆ ਜੋਕ ਨਹੀਂ ਆ। ਇੱਥੇ ਵੀਜ਼ਾ ਆਫਿਸਰ ਐਕਸਪਲੇਨੇਸ਼ਨ ਮੰਗ ਰਿਹਾ ਵਾ, ਰਿਫਿਊਜ਼ ਲਿਖਣਾ ਬਹੁਤ ਹੀ ਗਲਤ ਆ, ਰਾਈਟ ਜੀ। ਲਾਸਟ ਤੇ ਕਹਿ ਲਓ ਕਿ ਐਡੀਸ਼ਨਲ ਇਨਫੋਰਮੇਸ਼ਨ, ਇੱਥੇ ਬਹੁਤ ਰਬਿਸ਼ ਗੱਲਾਂ ਲਿਖੀਆਂ ਸੀ। ਐਕਚੁਅਲੀ ਇੱਥੇ ਬਹੁਤ ਹੀ ਜ਼ਰੂਰੀ ਇਨਫੋਰਮੇਸ਼ਨ ਤੁਸੀਂ ਕਨਵੇ ਜਿਹੜੇ ਨਹੀਂ ਕਰ ਪਾਏ ਫਾਰਮ ਦੇ ਵਿੱਚ, ਉਹ ਇਨਪੁਟ ਕਰਨੀ ਹੁੰਦੀ ਆ। ਇੱਥੇ ਤੁਸੀਂ ਕਵਰ ਲੈਟਰ ਨਹੀਂ ਲਿਖਣਾ ਹੁੰਦਾ, ਓਕੇ। ਸੋ ਬਹੁਤ ਕੁਛ ਗਲਤ ਲਿਖਿਆ ਸੀ, ਦੈਟਸ ਵਾਈ, ਐਂਡ ਪਰਸਨਲ ਇਨਫੋਰਮੇਸ਼ਨ ਸੀ, ਦੈਟਸ ਵਾਈ ਵੀ ਆਪਾਂ ਉਹਨੂੰ ਹਾਈਡ ਕਰਤਾ, ਓਕੇ। ਸੋ ਲਾਸਟ ਤੇ, ਰਾਈਟ, ਮਿਸ ਸਿਮਰਜੀਤ ਨੇ ਰਿਕੁਐਸਟ ਕੀਤੀ ਸੀ ਕਿ
ਮਿਸਟੇਕਸ ਜਿਹੜੀ ਆ ਲੋਕਾਂ ਨੂੰ ਅਵੇਅਰ ਕੀਤਾ ਜਾਵੇ। ਸੋ ਵੀ ਵਾਂਟ ਟੂ ਥੈਂਕ ਹਰ, ਰਾਈਟ। ਐਂਡ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ। ਜੇ ਤੁਹਾਨੂੰ ਆ ਵੀਡੀਓ ਵਧੀਆ ਲੱਗੀ, ਪਲੀਜ਼ ਗਿਵ ਦਿਸ ਅ ਵੀਡੀਓ ਅ ਥੰਬਸ ਅਪ। ਸਾਨੂੰ ਪਤਾ ਲੱਗੂਗਾ ਕਿ ਯੂ ਲਾਈਕ ਦਿਸ ਵੀਡੀਓ, ਐਂਡ ਯੂ ਕੈਨ ਆਲਸੋ ਸਬਸਕ੍ਰਾਈਬ for more informative videos like this. And one more thing, you can go check our Facebook and Instagram page. You can follow us there and you can see our visas also, right? Thank you and goodbye.